ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਣ ਅਭੂਲ। ਬਹੁਤ ਜਨਮ ਬਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀਓ ਕਬਿਤ ਗੁਰਮੁਖ ਸ਼ਬਦ ਸੁਰਤ ਹਉਮੈ ਮਰ ਮਰੈ। ਜੀਵਨ ਮੁਕਤ ਜਗ ਜੀਵਨ ਕੈ ਜਾਨੀਐ। ਅੰਤਰ ਨਿਰੰਤਰ ਅੰਤਰ ਪਟ ਘਟ ਗਏ। ਅੰਤਰ ਜਾਮੀ ਅੰਤਰਗਤ ਅਨੁਮਾਨੀਐ। ਬ੍ਰਹਮਮਈ ਹੈ ਮਾਇਆ ਮਾਇਆ ਮਈ ਹੈ ਬ੍ਰਹਮ। ਬ੍ਰਹਮ ਵਿਵੇਕ ਟੇਕ ਏਕੈ ਪਹਿਚਾਨੀਐ। ਪਿੰਡ ਬ੍ਰਹਮੰਡ ਬ੍ਰਹਮੰਡ ਪਿੰਡ ਓਤ ਪੋਤ। ਜੋਤੀ ਮੈਲ ਜੋਤ ਗੋਤ ਬ੍ਰਹਮ ਗਿਆਨੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਸਾਹਿਤ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਮ੍ਰਿਤ ਕੀ ਦਾਤੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਤਿੰਨਾਂ ਦੇ ਮੁਬਾਰਕ ਸਥਾਨ 'ਤੇ ਦੇਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਰਹਿਬਰ ਸ਼ਬਦ ਅਵਤਾਰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਮੁਬਾਰਕ ਗੋਦ ਅੰਦਰ ਬੈਠ ਕਰ ਮਹਾਰਾਜ ਜੀ ਦੇ ਅਲਾਹੀ ਦਰਗਾਹੀ ਬਚਨਾਂ ਨੂੰ ਭਾਵਨਾ ਪੂਰਵਕ ਹਿਰਦੇ ਬੁਨਾ ਕਰਕੇ ਪ੍ਰੇਮ ਸਾਹਿਤ ਮਹਾਰਾਜ ਜੀ ਦੇ ਬਚਨਾਂ ਨੂੰ ਦਰਗਾਹੀ ਬਚਨਾਂ ਨੂੰ ਅਲਾਹੀ ਬਚਨਾਂ ਨੂੰ ਸੁਣਦੇ ਆ ਰਹੇ। ਯਤਨਸ਼ੀਲ ਇਸ ਗੱਲ ਲਈ ਹਾਂ ਵੀ ਸੁਣਦਿਆਂ ਸੁਣਦਿਆਂ ਮਨ ਨੂੰ ਸਮਝ ਪੈ ਜਾਵੇ
ਤੇ ਸਮਝ ਕੇ ਮਨ ਮਾਰਗ ਤੇ ਚੱਲ ਪਵੇ ਤੇ ਚੱਲਦਾ ਹੋਇਆ ਇੱਕ ਦਿਨ ਮੰਜ਼ਲ ਤੇ ਪਹੁੰਚੇਗਾ। ਉਹ ਗਰੀਬ ਨਵਾਜ਼ ਦੇ ਬਚਨ ਅਸੀਂ ਭਾਵਨਾ ਸਹਿਤ ਮਹਾਰਾਜ ਜੀ ਦੇ ਬਚਨਾਂ ਤੇ ਭਰੋਸਾ ਕਰਕੇ ਪੜ੍ਹਦੇ ਸੁਣਦੇ ਹਾਂ। ਉਹਨਾਂ ਬਚਨਾਂ ਨੂੰ ਗੁਰੂ ਕੀਆਂ ਸੰਗਤਾਂ ਨੇ, ਗੁਰੂ ਕੇ ਸਿੱਖਾਂ ਨੇ ਸ਼ਰਵਣ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਗੁਰੂ ਕੇ ਸਿੱਖਾਂ ਵਿੱਚੋਂ ਉਹਨਾਂ ਬਚਨਾਂ ਨੂੰ ਆਪਣੀ ਰਸਨਾ ਦੁਆਰਾ ਉਚਾਰਨ ਕਰਕੇ ਆਪਣੀ ਜ਼ਿੰਦਗੀ ਦਾ ਤਜਰਬਾ ਆਪਣੀ ਰਚਨਾ ਦੇ ਅੰਦਰ ਲਿਖ ਕਰਕੇ ਸਾਨੂੰ ਦੇ ਗਏ। ਸਮਝ ਪਵੇ ਬਈ ਕਿਵੇਂ ਮਿਲਿਆ ਜਾਣਾ ਹੈ। ਉਹ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾਵਲੀ ਵਿੱਚੋਂ ਚੱਲ ਰਹੀ ਕਵਿਤ ਸਵਾਈਆਂ ਦੀ ਵਿਚਾਰ ਨੂੰ ਅਸੀਂ ਪੜ੍ਹਦੇ ਔਰ ਸੁਣਦੇ ਆ ਰਹੇ ਹਾਂ। ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਨੇ, ਗੁਰਮੁਖ ਜਿਹੜੇ ਨੇ ਗੁਰੂ ਦੇ ਮੁਖ ਦੁਆਰਾ ਉਪਦੇਸ਼ ਨੂੰ ਸੁਣ ਕੇ ਔਰ ਗੁਰੂ ਨੂੰ ਆਪਾ ਸਮਰਪਣ ਕਰਕੇ ਅਗਿਆਨ ਨੂੰ ਗਵਾ ਕੇ ਹਿਰਦੇ ਵਿੱਚ ਪ੍ਰਕਾਸ਼ ਕਰਦੇ ਨੇ, ਉਹਨਾਂ ਦਾ ਮੁਖ ਜਿਹੜਾ ਹੈ ਗੁਰੂ ਗੁਰੂ ਜਪਦਾ ਹੈ, ਉਹਨਾਂ ਦਾ ਮੁਖ ਗੁਰੂ ਵੱਲ ਨੂੰ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਦਾ ਮੁਖੀਆ ਗੁਰੂ ਬਣ ਜਾਂਦਾ ਹੈ। ਉਹਨਾਂ ਦੇ ਮੁਖ ਵਿੱਚ ਹਰ ਵਕਤ ਗੁਰੂ ਗੁਰੂ ਹੀ ਜਪਦੇ ਰਹਿਣ ਵਾਲਾ ਜਿਹੜਾ ਹੈ ਔਰ ਸੁਭਾਅ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਉਹਨਾਂ ਦੁਆਰਾ ਸਾਨੂੰ ਬਖਸ਼ਿਸ਼ ਕਰਦੇ ਨੇ। ਭਾਈ ਸਾਹਿਬ ਕਹਿੰਦੇ ਗੁਰਮੁਖ ਸ਼ਬਦ ਸੁਰਤ ਹਉਮੈ ਮਾਰ ਮਰੇ। ਗੁਰਮੁਖ ਜਿਹੜੇ ਆ ਉਹਨਾਂ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਲਿਵਲੀਨ ਕੀਤਾ ਤੇ ਸ਼ਬਦ ਨੂੰ ਜਪਦਿਆਂ, ਸ਼ਬਦ ਨੂੰ ਸਮਝਦਿਆਂ ਇਹ ਸਮਝ ਪੈ ਗਈ ਬਈ ਅਗਿਆਨ ਕੀ ਏ ਤੇ ਗਿਆਨ ਕੀ ਏ, ਝੂਠ ਕੀ ਏ, ਸੱਚ ਕੀ ਏ, ਨਿਮਰਤਾ ਕੀ ਏ, ਹੰਕਾਰ ਕੀ ਏ, ਗੁਰਮਤ ਕੀ ਏ, ਦੁਰਮਤ ਕੀ ਏ। ਫਿਰ ਉਹਨਾਂ ਨੇ ਸਮਝ ਕੇ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਰਸ ਮਾਣਦਿਆਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਨਸ਼ਟ ਕੀਤਾ ਔਰ ਹਉਮੈ ਨੂੰ ਮਾਰ ਕੇ ਹਉਮੈ ਵਾਲੇ ਪਾਸਿਓਂ ਆਪਾ ਭਾਵ ਨੂੰ ਮਾਰ ਕੇ ਸ਼ਬਦ ਦੁਆਰਾ ਜਪਦਿਆਂ ਸੰਸਾਰ ਵੱਲੋਂ ਭਾਵਨਾ ਕਰਕੇ, ਸੰਸਾਰ ਵੱਲੋਂ ਆਸ਼ਾਵਾਂ ਕਰਕੇ, ਸੰਸਾਰ ਵੱਲੋਂ ਫੁਰਨਿਆਂ ਕਰਕੇ ਮਰ ਗਏ। ਸਰੀਰ ਦੇ ਵਿੱਚ ਰਹਿੰਦੇ ਨੇ, ਜਪਦੇ ਨੇ। ਉਹ ਕੈਸੀ ਮਰਨੀ ਮਰੇ ਨੇ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ ਸ਼ਬਦ ਵਾਲੀ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਮਰਹੁ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ ਉਹ ਮਰਨੀ। ਗੁਰਮੁਖ ਮਰਦੇ ਨੇ, ਫਿਰ ਪਰਤ ਕੇ ਮਰਨਾ ਨਹੀਂ ਹੋਵੇਗਾ। ਉਹ ਮੁਕਾ ਲੈਂਦੇ ਇਸ ਚੱਕਰ ਨੂੰ, ਮੁੱਕ ਜਾਂਦਾ ਉਹਨਾਂ ਦਾ। ਭਾਈ ਸਾਹਿਬ ਕਹਿੰਦੇ ਜੀਵਨ ਮੁਕਤ ਜਗ ਜੀਵਨ ਕੈ ਜਾਨੀਏ। ਉਹ ਜੀਵਨ ਮੁਕਤ ਹੋ ਜਾਂਦੇ, ਜਿਉਂਦੇ ਮੁਕਤ ਹੋ ਜਾਂਦੇ। ਜਨਾ ਚਿਰ ਉਹ ਚਾਨ ਸਰੀਰ ਵਿੱਚ ਰਹਿੰਦੇ, ਜਦੋਂ ਉਹਨਾਂ ਦੀ ਇੱਛਾ ਹੋਵੇ ਸਰੀਰ ਨੂੰ ਛੱਡ ਜਾਂਦੇ ਨੇ, ਤਿਆਗ ਜਾਂਦੇ ਨੇ ਔਰ ਚਲੇ ਜਾਂਦੇ ਨੇ। ਕਹਿ ਦਿੰਦੇ ਬਈ ਹੁਣ ਨਹੀਂ ਅਸੀਂ ਰਹਿਣਾ, ਚਲੇ ਜਾਣਾ ਔਰ ਇੱਥੋਂ ਚਲੇ ਜਾਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਉਹ ਜਿਉਂਦੇ ਜੀ ਮੁਕਤ ਨੇ ਬੰਧਨਾਂ ਤੋਂ, ਫੁਰਨਿਆਂ ਤੋਂ, ਜੂਨੀਆਂ ਤੋਂ।
ਤੇ ਔਰ ਉਹ ਜਿਉਂਦੇ ਜੀ ਤਨ ਵਿੱਚ ਰਹਿੰਦੇ ਆ, ਸੰਸਾਰ ਵਿੱਚ ਰਹਿੰਦੇ ਆ, ਜਗ ਜੀਵਨ ਕੈ ਜਾਨੀਏ। ਜਿਹੜਾ ਜਗਤ ਦਾ ਜੀਵਨ ਰੂਪ ਹੈ ਨਾ, ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਸ ਨੂੰ ਉਹ ਜਾਣਦੇ ਨੇ, ਉਸ ਦਾ ਉਹ ਰੂਪ ਹੋ ਜਾਂਦੇ ਨੇ। ਉਹਦੇ ਨਾਲ ਸੰਸਾਰ ਵਿੱਚ ਰਹਿੰਦਿਆਂ ਉਹਨਾਂ ਦੀ ਜਾਣ ਪਹਿਚਾਨ ਹੋ ਜਾਂਦੀ ਆ, ਮਾਲਕ ਦੇ ਨਾਲ ਜੁੜ ਜਾਂਦੇ। ਅੰਤਰ ਨਿਰੰਤਰ ਆਪਣੇ ਅੰਤਰ ਅੰਦਰ ਜਿਹੜੇ ਗੁਰਸਿੱਖ ਪਿਆਰੇ ਨਾ, ਉਹ ਆਪਣੇ ਅੰਦਰ ਗੁਰਮੁਖ ਜਨ ਨਿਰੰਤਰ ਔਰ ਇੱਕ ਰਸ ਐਨ ਟਿਕ ਕਰਕੇ ਲਗਾਤਾਰ ਔਰ ਪਰਮਾਤਮਾ ਦਾ ਨਾਮ ਜਪਦੇ, ਸੁਰਤ ਨੂੰ ਟਿਕਾਉਂਦੇ, ਸ਼ਬਦ ਵਿੱਚ ਸੁਰਤ ਨੂੰ ਸਮਾਉਂਦੇ, ਤੇ ਫਿਰ ਅੰਤਰ ਕਪਟ ਘਟ ਗਏ। ਅੰਦਰ ਜਿਹੜੇ ਕਪਟ ਛਲ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਉਹ ਕਪਟ ਛਲ, ਉਹ ਮਨਾ ਮੇਰਿਆ ਤੂੰ ਭੁੱਲ ਕੇ ਵੀ ਕਿਸੇ ਨਾਲ ਕਪਟ ਛਲ ਨਾ ਕਰਿਆ ਕਰ। ਜਿਨ੍ਹਾਂ ਵਾਸਤੇ ਕਪਟ ਕਰਦਾ, ਛਲ ਕਰਦਾ ਹੈ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਤੇ ਕੀਤੇ ਹੋਏ ਪਾਪਾਂ ਦੇ ਕਾਰਨ, ਕੀਤੇ ਹੋਏ ਕਪਟ ਛਲ ਦੇ ਅਨੁਸਾਰ, ਠੱਗੀ ਠੋਰੀ ਕਾਰਨ ਜਿਹੜੇ ਕਪਟ ਕਰਦਾ ਹੈ, ਇਹਦੇ ਕਾਰਨ ਲੇਖਾ ਜੋਖਾ ਤੈਨੂੰ ਦੇਣਾ ਪੈਣਾ, ਹਿਸਾਬ ਕਿਤਾਬ ਤੈਨੂੰ ਦੇਣਾ ਪੈਣਾ ਹੈ। ਇਸ ਕਰਕੇ ਭੁੱਲੇ ਕਪਟ ਨਾ ਕੀਜੈ। ਭੁੱਲ ਕੇ ਇੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਬਈ ਉਹਨਾਂ ਦੇ ਅੰਤਰ ਅੰਦਰ ਜਦੋਂ ਜਪਿਆ ਨਾ, ਤੇ ਸੁਰਤ ਸ਼ਬਦ ਵਿੱਚ ਸਮੋ ਗਈ, ਮਿਲ ਗਈ, ਤੇ ਉਹ ਕਪਟ ਜਿਹੜਾ ਸੀ ਨਾ ਘਟ ਗਏ, ਘਟਣ ਲੱਗ ਪਏ, ਕਪਟ ਘਟਣ ਲੱਗ ਪਏ। ਸੱਚ, ਨਾਮ, ਪ੍ਰੇਮ, ਅਭਿਆਸ ਉਹ ਵਧਣ ਲੱਗ ਪਿਆ, ਪਰਮਾਤਮਾ ਵੱਲ ਨੂੰ ਨਜ਼ਦੀਕੀ ਵਧਣ ਲੱਗ ਪਈ। ਅੰਤਰ ਕਪਟ ਘਟ ਗਏ। ਜਿਹੜੇ ਅੰਦਰ ਜੁੜੇ ਹੋਏ ਸਨ ਦਰਵਾਜ਼ੇ ਭਰਮ ਭੇਦ ਦੇ, ਜਿਹੜੇ ਦਰਵਾਜ਼ੇ ਲੱਗੇ ਹੋਣ ਕਰਕੇ ਉਹ ਪਰਿਪੂਰਨ ਪਰਮਾਤਮਾ ਦੇ ਟਿਕਾਣੇ ਤੱਕ ਪਹੁੰਚਿਆ ਨਹੀਂ ਸੀ ਜਾਂਦਾ, ਜਾਂ ਐਉਂ ਕਹਿ ਲਓ ਉਹਦਾ ਚਾਨਣਾ ਸਾਡੇ ਤੱਕ ਪਹੁੰਚਦਾ ਨਹੀਂ ਸੀ। ਇੱਕ ਤਾਂ ਅਸੀਂ ਅੰਦਰ ਬੈਠੇ, ਇੱਕ ਦਰਵਾਜ਼ੇ ਬੂਹੇ ਬਾਰੀਆਂ ਕੀਤੇ ਹੁਣ ਬੰਦ, ਤੇ ਫਿਰ ਕਹੀਏ ਸੂਰਜ ਦੀ ਰੌਸ਼ਨੀ ਸਾਡੇ ਤੱਕ ਆਵੇ ਨਹੀਂ। ਦਰਵਾਜ਼ੇ ਖੋਲ੍ਹਣੇ ਪੈਣਗੇ ਤਾਂ ਉਹ ਰੌਸ਼ਨੀ ਆਵੇਗੀ, ਦਿਸੇਗੀ, ਬਾਹਰ ਨਿਕਲੇਗਾ, ਉਹ ਦਰਵਾਜ਼ੇ ਖੁੱਲਣਗੇ, ਫਿਰ ਉਹਦੀਆਂ ਕਿਰਨਾਂ ਖੁਦ ਅੰਦਰ ਆਉਣਗੀਆਂ, ਚਾਨਣਾ ਆਵੇਗਾ। ਇਸ ਕਰਕੇ ਅੰਦਰ ਦੇ ਜਿਹੜੇ ਕਪਟ ਔਰ ਉਹ ਆ ਨਾ, ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਉਹ ਭਰਮ ਭੇਦ ਦੇ ਦਰਵਾਜ਼ੇ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਾਰਮਾਦ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਉਹ ਕਪਟ, ਉਹ ਦਰਵਾਜ਼ੇ ਜਿਹੜੇ ਨੇ ਉਹ ਘਟਦੇ, ਉਹ ਰੋਜ਼ ਦਿਨ ਬਾ ਦਿਨ ਘਟਦੇ ਜਾਂਦੇ ਆ। ਚਾਨਣਾ ਅੰਦਰ ਤੁਰਿਆ ਆਉਂਦਾ ਹੈ, ਪ੍ਰਕਾਸ਼ ਅੰਦਰ ਹੁੰਦਾ ਹੈ, ਤੇ ਹਿਰਦਾ ਪਾਵਨ ਹੁੰਦਾ ਜਾਂਦਾ। ਇਹ ਗੁਰਮੁਖ ਦੀ ਅਵਸਥਾ ਹੈ। ਅੰਤਰਜਾਮੀ ਅੰਤਰਾਗਤ ਉਨਮਾਨੀਏ। ਅੰਤਰਜਾਮੀ, ਅੰਦਰ ਦੀ ਜਾਣਨ ਵਾਲਾ, ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਹਿਰਦੇ ਦੀ ਜਾਣਨਹਾਰ ਪ੍ਰਭੂ ਅੰਤਰਾਗਤ। ਉਹ ਅੰਤਰ ਆਤਮੇ ਅੰਦਰ ਮੁਖੀ ਹੋ ਕੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਅੰਤਰ ਅੰਦਰ ਆਗਤ, ਹਿਰਦੇ ਦੇ ਵਿੱਚ ਉਹ ਆਇਆ ਹੋਇਆ ਹੈ।
ਜਦੋਂ ਹਿਰਦੇ 'ਚ ਆਰਾਧਿਆ ਨਾ, ਜਿਹੜਾ ਅੰਦਰ ਦੀ ਜਾਣਨ ਵਾਲਾ ਹੈ, ਉਹ ਹਿਰਦੇ ਦੇ ਵਿੱਚ ਅੰਤਰਾਗਤ ਆਇਆ ਹੋਇਆ ਹੈ। ਉਹ ਵੈਗੁਰੂ ਹਿਰਦੇ ਵਿੱਚ ਆ ਕੇ ਉਨਮਾਨੀਏ, ਅੰਦਾਜ਼ਾ ਲਾ ਉਹਦਾ, ਉਨਮਾਨ ਲਾ ਉਹਦਾ। ਉਹ ਪਰਿਪੂਰਨ ਪਰਮਾਤਮਾ ਨੂੰ ਆਰਾਧ, ਉਹ ਤੇਰੇ ਅੰਦਰ ਹੀ ਆਇਆ ਹੋਇਆ, ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਔਰ ਉਹ ਕੈਸਾ ਹੈ? ਬ੍ਰਹਮਮਈ ਮਾਇਆ। ਹੁਣ ਮਾਇਕੀ ਸੰਸਾਰ ਜਿਹੜਾ ਹੈ ਨਾ, ਜਦੋਂ ਅੰਦਰ ਨਿਰੰਕਾਰ ਹੋਇਆ, ਇਹ ਬ੍ਰਹਮਮਈ, ਇਹ ਮਾਇਆ ਸੰਸਾਰ ਸਰੀਰ ਜੀਵ ਬ੍ਰਹਮ ਦਾ ਰੂਪ ਦਿਸਦੇ ਨੇ। ਬ੍ਰਹਮ ਦਾ ਪਸਾਰਾ ਪਸਰਿਆ ਹੋਇਆ ਹੈ ਤੇ ਬ੍ਰਹਮ ਇਹਨਾਂ ਦਿਸਦਾ। ਫਿਰ ਮਾਇਆਮਈ ਬ੍ਰਹਮ ਹੈ। ਜਦੋਂ ਮਾਇਕੀ ਪਦਾਰਥਾਂ 'ਚ ਸੰਸਾਰ 'ਚ ਨਜ਼ਰ ਮਾਰਦਾ ਹੈ, ਉਦੋਂ ਕਹਿੰਦਾ ਹੈ ਸਭ ਬ੍ਰਹਮ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਗੋਬਿੰਦ ਹੀ ਸਾਰਾ ਦਿਸਦਾ ਹੈ। ਉਦੋਂ ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ, ਪ੍ਰਭ ਬਿਨਾ ਅਵਰ ਨਹੀਂ ਜਾਣੀਏ। ਕੋਈ ਦੂਜਾ ਹੈ ਹੀ ਨਹੀਂ। ਹੁਣ ਉਹ ਇੱਕ ਦਿਸਣ ਲੱਗ ਪਿਆ ਹੈ। ਸੰਸਾਰ ਨਿਰੰਕਾਰ ਦਿਸਦਾ ਹੈ ਤੇ ਨਿਰੰਕਾਰ ਦੇ ਵਿੱਚ ਸੰਸਾਰ ਦਿਸਦਾ ਹੈ। ਇੱਕ ਰੂਪ ਹੈ, ਉਹਦੇ ਤੋਂ ਬਗੈਰ ਸੰਸਾਰ ਨਹੀਂ, ਤੇ ਸੰਸਾਰ ਪਾਸੇ ਕਰ ਦਿਓ ਔਰ ਨਿਰੰਕਾਰ ਨਹੀਂ, ਕਿਉਂਕਿ ਨਿਰੰਕਾਰ ਦੁਆਰਾ ਹੀ ਅਸੀਂ ਵੀ ਸੰਸਾਰ ਵਿੱਚ ਹੀ ਰਹਿ ਰਹੇ, ਜਿਨ੍ਹਾਂ ਔਰ ਸ਼ਰੀਰਾਂ ਵਿੱਚ ਰਹਿ ਕਰਕੇ ਗੁਰਮੁਖਾਂ ਨੂੰ ਜਿਨ੍ਹਾਂ ਨੂੰ ਸੋਝੀ ਆਉਂਦੀ ਹੈ ਨਿਰੰਕਾਰ ਦੀ, ਉਹ ਸੰਸਾਰ ਹੀ ਉਸੇ ਦਾ ਉਤਪੰਨ ਕੀਤਾ, ਉਹਦੇ ਵਿੱਚੋਂ ਇਹ ਪੈਦਾ ਹੋਇਆ ਹੈ। ਇਹਦੇ ਵਿੱਚ ਰਹਿੰਦਿਆਂ ਇਹਨਾਂ ਜੀਵਾਂ ਦੇ ਵਿੱਚੋਂ ਬ੍ਰਹਮ ਨੇ ਪ੍ਰਗਟ ਹੋਣਾ ਹੈ। ਬ੍ਰਹਮ ਦੇ ਵਿੱਚੋਂ ਸੰਸਾਰ ਪੈਦਾ ਹੋਇਆ ਹੈ। ਸੰਸਾਰ ਦੇ ਵਿੱਚੋਂ ਸੁਰਤ ਜੋੜ ਕੇ ਨਿਰੰਕਾਰ ਪੈਦਾ ਕਰਨਾ, ਇਹਦੇ ਕਣ ਕਣ ਵਿੱਚ ਵੇਖਣਾ, ਦੇਦਾਰ ਕਰਨੇ ਆ। ਔਰ ਬ੍ਰਹਮ ਬਿਬੇਕ ਟੇਕ ਏਕੈ ਪਹਿਚਾਨੀਐ। ਜਿਹੜਾ ਬ੍ਰਹਮ ਸਰਬ ਰਮਿਆ ਨਿਰਗੁਣ ਸਰੂਪ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜੀਵ ਤੇ ਈਸ਼ਵਰ ਦੋ, ਸੰਸਾਰ ਤੇ ਨਿਰੰਕਾਰ ਦੋ, ਇਹਨਾਂ ਦੀ ਦੁਈ ਨੂੰ ਮਿਟਾ ਦੇ, ਕੇਵਲ ਏਕ ਔਰ ਨਿਰੰਕਾਰ ਰਹਿ ਜਾਵੇ ਤੇ ਟੇਕ ਏਕੈ ਪਹਿਚਾਨੀ। ਉਸ ਏਕ ਦੀ ਟੇਕ ਰੱਖ। ਸੰਸਾਰ ਵਿੱਚ ਰਹਿੰਦਿਆਂ ਆਸਰਾ ਨਿਰੰਕਾਰ ਦਾ ਰੱਖ, ਉਹਦੇ ਨਾਲ ਜੋੜ। ਪਿੰਡ ਬ੍ਰਹਮੰਡ, ਬ੍ਰਹਮੰਡ ਪਿੰਡ ਓਤਪੋਤ। ਔਰ ਜਿਹੜਾ ਪਿੰਡ ਹੈ ਸਰੀਰ, ਸਰੀਰ ਜਿਹੜਾ ਹੈ ਬ੍ਰਹਮੰਡ ਦੇ ਵਿੱਚ, ਬ੍ਰਹਮੰਡ ਦੇ ਤੇ ਬ੍ਰਹਮੰਡ ਸਰੀਰ 'ਚ। ਔਰ ਉਹ ਪਾਸੇ ਨਹੀਂ, ਦੋਨੇ ਓਤ ਪੋਤ। ਜੇ ਬ੍ਰਹਮੰਡ ਦੀ ਹੋਂਦ ਵੀ ਤਾਂ ਹੈ ਜੇ ਸਰੀਰ ਹੈ, ਤੇ ਜੇ ਕੋਈ ਸਰੀਰ ਹੀ ਨਾ ਰਵੇ, ਜੀਵ ਹੀ ਨਾ ਰਹੇ, ਕੌਣ ਕਹੇਗਾ ਬ੍ਰਹਮੰਡ ਹੈ? ਕੌਣ ਕਹੇਗਾ? ਜੇ ਸੇਵਕ ਹੈ ਤੇ ਕੋਈ ਮਾਲਕ ਹੈ ਨਾ, ਤੇ ਜੇ ਉਹਦਾ ਕੋਈ ਸੇਵਕ ਹੀ ਨਾ ਹੋਵੇ ਤੇ ਉਹਨੂੰ ਮਾਲਕ ਕੌਣ ਕਹੇਗਾ? ਤੇ ਜੇ ਮਾਲਕ ਹੈ ਤੇ ਉਹਦੇ ਸੇਵਕ ਫਿਰਦੇ ਨਾ, ਉਹਦੀ ਸੈਨਾ ਫਿਰਦੀ ਆ ਨਾ, ਤਾਂ ਹੀ ਉਹਦਾ ਹੁਕਮ ਕਬੂਲਿਆ ਜਾਏਗਾ। ਅਗਰ ਸੈਨਾ ਖਤਮ ਕਰ ਦਿਓ ਔਰ ਸੇਵਕਤਾਈ ਖਤਮ ਕਰ ਦਿਓ, ਮਾਲਕ ਹੀ ਰਹਿ ਜਾਏਗਾ, ਖੁਦ ਸੇਵਕ ਰਹਿ ਜਾਏਗਾ। ਕਿਉਂਕਿ ਮਾਲਕ ਕਿਸੇ ਨੇ ਰਹਿਣਾ ਹੀ ਨਹੀਂ, ਹੁਕਮ ਕਬੂਲਣ ਵਾਲਾ ਕਿਸੇ ਨੇ ਰਹਿਣਾ ਹੀ ਨਹੀਂ, ਹੁਕਮ ਮੰਨਣ ਵਾਲਾ ਕਿਸੇ ਨੇ ਰਹਿਣਾ ਹੀ ਨਹੀਂ, ਉਹਦੇ ਬੋਲ ਸੁਣਨ ਵਾਲਾ ਕਿਸੇ ਨੇ ਰਹਿਣਾ ਹੀ ਨਹੀਂ। ਇਸ ਕਰਕੇ ਮਾਲਕ ਕਰਕੇ ਸੇਵਕ, ਸੇਵਕ ਕਰਕੇ ਮਾਲਕ, ਸੰਸਾਰ ਕਰਕੇ ਨਿਰੰਕਾਰ, ਨਿਰੰਕਾਰ ਕਰਕੇ ਸੰਸਾਰ ਹੈ। ਨਿਰੰਕਾਰ ਨੂੰ ਚਿਤਵਣਾ ਹੈ, ਯਾਦ ਕਰਨਾ ਹੈ। ਔਰ ਕਹਿੰਦੇ ਓਤ ਪੋਤ ਜੋਤੀ ਮੈਲ ਜੋਤ, ਜੋਤੀ ਜਿਹੜੀ ਜੋਤ ਸਾਡੀ, ਉਹਦੇ ਨਾਲ ਆਰਾਧਿਆਂ ਮਿਲਦਾ ਪਰਮਾਤਮਾ। ਸਾਡੀ ਜੋਤ, ਜੋਤੀ ਸਰੂਪ ਪਰਮਾਤਮਾ ਦੇ ਵਿੱਚ ਮਿਲ ਜਾਂਦੀ। ਮਹਾ ਚਾਨਣੇ ਦੇ ਅੰਦਰ ਗੋਤ ਬ੍ਰਹਮ ਗਿਆਨੀ ਹੈ। ਕਹਿੰਦੇ ਫਿਰ ਇੱਕ ਰੂਪ ਹੋ ਜਾਂਦੇ ਆ, ਏਕਤਾ ਹੋਏ ਆਉਂਦੀ ਹੈ। ਪਰਿਪੂਰਨ ਪਰਮਾਤਮਾ ਦੇ ਵਿੱਚ ਏਕਤਾ ਹਾਸਲ ਕਰ ਜਾਂਦੇ ਨੇ। ਬ੍ਰਹਮ ਗਿਆਨੀ ਹੈ, ਬ੍ਰਹਮ ਦੇ ਗਿਆਨ ਵਾਲੇ, ਬ੍ਰਹਮ ਦਾ ਗਿਆਨ ਹਾਸਲ ਕਰਨ ਵਾਲੇ, ਉਹ ਪਰਮਾਤਮਾ ਵਿੱਚ ਮਿਲ ਕੇ ਉਹ ਜਾਣੇ ਜਾਂਦੇ ਨੇ ਬ੍ਰਹਮ ਗਿਆਨੀ ਹੈ। ਉਹਨਾਂ ਨੂੰ ਬ੍ਰਹਮ ਗਿਆਨੀ ਕਹਿੰਦੇ। ਜਿਹੜੇ ਬ੍ਰਹਮ ਦੇ ਗਿਆਤਾ ਸੰਸਾਰ ਵਿੱਚ ਰਹਿੰਦਿਆਂ ਹੋ ਜਾਂਦੇ ਨੇ, ਜਪ ਕੇ ਉਹਦੀ ਔਰ ਜਾਣਕਾਰੀ ਹਾਸਲ ਕਰ ਲੈਂਦੇ। ਭਾਈ ਸਾਹਿਬ ਅਗਲੇ ਕਵਿੱਤ ਦੇ ਦੁਆਰਾ ਸਾਡੇ ਤੇ ਕਿਰਪਾ ਕਰਦੇ।
ਚਰਨ ਸਰਣ ਗੁਰ ਧਵਤ ਬਰਜ ਰਾਖੈ। ਜਿਹੜਾ ਗੁਰਮੁਖ ਹੈ ਨਾ, ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ, ਆਸਰਾ ਲੈ ਕੇ, ਜਿਹਨੂੰ ਮਹਾਰਾਜ ਕਹਿੰਦੇ ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹ ਬਿਰਧ ਸੁਆਮੀ ਸੰਦਾ। ਉਹ ਸ਼ਰਨ ਜਿੱਥੇ ਆ ਕੇ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਬਿੰਸੇ ਸੁਖ ਪਾਇਆ, ਦਇਆਲ ਉਹ ਅਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਉਹ ਸ਼ਰਨ, ਉਸ ਸ਼ਰਨ ਦੀ ਗੱਲ ਕਰਦੇ ਨੇ, ਪ੍ਰਭੂ ਦੇ ਚਰਨ ਸ਼ਬਦ ਸਰੂਪ, ਉਹਨਾਂ ਦੀ ਸ਼ਰਨ ਦਾ ਆ ਕੇ ਆਸਰਾ ਲੈਣਾ ਤੇ ਗੁਰੂ ਗੁਰੂ ਅੰਦਰੋਂ ਜਪਣਾ। ਜਦੋਂ ਗੁਰੂ ਗੁਰੂ ਜਪਿਆ ਨਾ, ਜਿਹੜਾ ਮਨ ਸਾਡਾ ਟਿਕਦਾ ਨਹੀਂ ਨਾ, ਕਬਹੂ ਜੀਅੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ, ਚਾਰੇ ਕੁੰਡਾਂ ਭਾਲੇ। ਇਹ ਧਾਵਤ ਵਰਜ ਰਾਖੇ। ਧਾਵਤ ਮੈਨਾ ਹੁੰਦਾ ਹੈ ਦੌੜਨਾ, ਵਰਜ ਮੈਨਾ ਹੁੰਦਾ ਹੈ ਵੀ ਆਪਾਂ ਕਹਿੰਦੇ ਮੈਂ ਤੈਨੂੰ ਵਾਰ-ਵਾਰ ਵਰਜਿਆ, ਰੋਕਿਆ। ਇਹਨੂੰ ਰੋਕਦਾ ਹੈ, ਗੁਰਮੁਖ ਨੂੰ ਪਤਾ ਲੱਗ ਜਾਂਦਾ ਹੈ, ਮਨ ਬਾਹਰ ਦੌੜਦਾ ਹੈ, ਫਿਰ ਉਹ ਇਹਨੂੰ ਰੋਕਦਾ, ਇੱਧਰ ਉੱਧਰ ਭਟਕਣ ਤੋਂ ਰੋਕ ਕੇ, ਤੇ ਫਿਰ ਉਹ ਬਿਲਕੁਲ ਟਿਕਾਓ ਵਿੱਚ ਕਰਕੇ ਨਾਮ ਜਪਦਾ, ਪ੍ਰਭੂ ਨਾਲ ਜੋੜਦਾ ਹੈ। ਨਿਹਚਲ ਚਿੱਤ, ਤੇ ਜਦੋਂ ਜਪਦਾ ਉਹਨੂੰ ਪਤਾ ਲੱਗਦਾ, ਇਹਦੀ ਇਕਾਗਰਤਾ ਬਣਾਉਂਦਾ ਹੈ, ਅੰਦਰੋਂ ਨਿਹਚਲ, ਹਿੱਲਣ ਤੋਂ ਰਹਿਤ ਹੋ ਜਾਂਦਾ, ਮਨ ਡੋਲਦਾ ਨਹੀਂ, ਐਨ ਟਿਕ ਜਾਂਦਾ, ਚਿੱਤ ਬ੍ਰਿਤੀ ਇਕਾਗਰ ਹੋ ਜਾਂਦੀ। ਸੁਖ ਸਹਿਜ ਨਿਵਾਸ ਹੈ, ਕਹਿੰਦੇ ਫਿਰ ਸੁੱਖਾਂ ਦੇ ਵਿੱਚ ਲੀਨਤਾ ਹਾਸਲ ਕਰ ਲੈਂਦਾ ਹੈ, ਫਿਰ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ। ਉਹਦੇ ਵਿੱਚ ਸਹਿਜ ਸ਼ਾਂਤੀ ਪੂਰਬਕ, ਸਹਿਜ ਗਿਆਨਾਤੁਰ ਹੋ ਕੇ, ਗਿਆਨ ਸਹਿਤ ਨਿਵਾਸ ਹੈ ਪਰਮਾਤਮਾ ਦੇ ਵਿੱਚ। ਉਹ ਗੁਰਸਿੱਖ ਰੱਬ ਨਾਲ ਪਿਆਰਾ ਰੰਗ ਰਤੜੀ ਰੂਹ, ਔਰ ਉਹ ਪ੍ਰਵੇਸ਼ ਕਰ ਜਾਂਦਾ ਹੈ, ਵਾਸਾ ਪਾ ਲੈਂਦਾ ਹੈ ਨਿਰੰਕਾਰ ਦੇ ਵਿੱਚ, ਆ ਮਿਲ ਜਾਂਦਾ। ਭਾਈ ਸਾਹਿਬ ਕਹਿੰਦੇ ਜੀਵਨ ਕੀ ਆਸਾ ਅਰ ਮਰਨ ਕੀ ਚਿੰਤਾ ਮਿਟੀ। ਜਦੋਂ ਮਾਲਕ ਨੂੰ ਮਿਲ ਗਏ, ਜਦੋਂ ਮਾਲਕ ਦੇ ਨਾਲ ਸੁਰਤ ਉਹਦੇ ਸ਼ਬਦ ਵਿੱਚ ਮਿਲ ਗਈ ਨਾ, ਉਦੋਂ ਜੀਵਨ ਦੀ ਕੋਈ ਇੱਛਾ ਨਹੀਂ, ਕਿਉਂਕਿ ਜੀਵਨ ਦਾਤਾ ਮਿਲ ਗਿਆ ਹੈ। ਜਿਸ ਕਾਰਨ ਸਰੀਰ ਧਾਰਿਆ ਉਹ ਪੂਰਾ ਹੋ ਗਿਆ ਹੈ, ਔਰ ਜਿਹੜੇ ਲਕਸ਼ ਵਾਸਤੇ ਔਰ ਜੀਵ ਨੇ ਆਉਣਾ ਕੀਤਾ, ਉਹ ਮੰਜ਼ਿਲ ਮਿਲ ਗਈ, ਪਹੁੰਚ ਗਿਆ। ਮਾਲਕ ਨੂੰ ਮਿਲਣ ਵਾਸਤੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ। ਔਰ ਉਹ ਮਿਲ ਗਿਆ ਗੋਬਿੰਦ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਉਹ ਲਾਹਾ ਲੈ ਲਿਆ, ਹੁਣ ਆਸਾ ਕੋਈ ਨਹੀਂ, ਇੱਛਾ ਕੋਈ ਨਹੀਂ ਜਿਉਣ ਦੀ ਕਿ ਮੈਂ ਹੋਰ ਜੀਵਾਂ, ਕੋਈ ਇੱਛਾ ਨਹੀਂ। ਸਾਜੋ ਸਮਾਨ ਬੰਨ ਕੇ ਸਭ ਤਿਆਰੀ ਕਰਕੇ ਰੱਖੀ, ਕਦੋਂ ਬੁਲਾਵਾ ਆਵੇ, ਕਦੋਂ ਪ੍ਰਮਾਤਮਾ ਸੁਨੇਹਾ ਭੇਜੇ ਤੇ ਫਿਰ ਜਾਈਏ। ਔਰ ਅਰ ਆਤੇ ਮਰਨ ਕੀ ਚਿੰਤਾ ਮਿੱਟੀ। ਬਹੁਤਿਆਂ ਨੂੰ, ਸਾਨੂੰ ਸੰਸਾਰੀਆਂ ਨੂੰ ਨਾ ਚਿੰਤਾ ਹੁੰਦੀ ਹੈ, ਮੌਤ ਨੇ ਆ ਜਾਣਾ, ਮਰ ਜਾਣਾ, ਸਰੀਰ ਛੱਡਣਾ, ਸੰਸਾਰ ਛੱਡਣਾ, ਪਰਿਵਾਰ ਛੱਡਣਾ, ਕਾਰੋਬਾਰ ਛੱਡਣਾ, ਔਰ ਇਹ ਸਾਨੂੰ ਚਿੰਤਾ ਖਾਂਦੀ। ਤੇ ਜਿਹੜੇ ਰੱਬ ਨਾਲ ਜੁੜੀਆਂ ਰੰਗ ਰਤੜੀਆਂ ਰੂਹਾਂ, ਉਹਨਾਂ ਨੂੰ ਚਿੰਤਾ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੈ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹਨਾਂ ਨੂੰ ਪਤਾ ਹੈ ਤਨ ਦੀ ਉਪਾਧੀ ਭੰਨ ਕੇ, ਫੋੜ ਕੇ, ਤੋੜ ਕੇ, ਛੋੜ ਕੇ ਫਿਰ ਮਾਲਕ ਦੇ ਵਿੱਚ ਮਿਲਿਆ ਜਾਣਾ ਹੈ। ਇਹਨੂੰ ਛੱਡ ਕੇ ਹੀ ਅੱਗੇ ਹੋਇਆ ਜਾਣਾ, ਇਸ ਮਹਿਲ ਨੂੰ ਛੱਡ ਕੇ ਉਸ ਮਹੱਲ ਦੇ ਵਿੱਚ ਪ੍ਰਵੇਸ਼ ਕਰਨਾ ਆ। ਉਹ ਤਾਂ ਹੀ ਹੋਵੇਗਾ ਜੇ ਕਿਤੇ ਉਹਦੇ ਵਿੱਚ ਤੁਰਾਂਗੇ। ਉਹ ਚਿੰਤਾ ਨਹੀਂ, ਔਰ ਚਿੰਤਾ ਮਿਟ ਜਾਂਦੀ ਉਹਨਾਂ ਦੀ, ਚਿੰਤਾ ਤੋਂ ਰਹਿਤ ਹੋ ਜਾਂਦੇ। ਜੀਵਨ ਮੁਕਤ ਗੁਰਮਤਿ ਕੋ ਪ੍ਰਗਾਸ ਹੈ, ਉਹ ਜਿਉਂਦੇ ਜੀ ਮੁਕਤ ਨੇ, ਤੇ ਗੁਰੂ ਦੀ ਮੱਤ ਨਾਲ ਉਹਨਾਂ ਦੀ ਹਿਰਦਿਆਂ 'ਚ ਪ੍ਰਕਾਸ਼ ਹੋ ਜਾਂਦਾ ਹੈ। ਗੁਰਮੁਖਾਂ ਦੇ ਹਿਰਦਿਆਂ ਦੇ ਵਿੱਚ ਪ੍ਰਕਾਸ਼ ਹੈ। ਤੇ ਭਾਈ ਸਾਹਿਬ ਕਹਿੰਦੇ ਆਪਾ ਖੋਏ ਹੋਨਹਾਰ ਹੋਏ, ਸੋਈ ਭਲੋ ਮੰਨੈ।
ਆਪਾ ਖੋਏ, ਗੁਰਮੁਖ ਆਪਨਤ ਨੂੰ ਖੋਏ, ਮਟਾ ਦਿੰਦੇ, ਨਾਸ਼ ਕਰ ਦਿੰਦੇ। ਹੋਣਹਾਰ ਜੋ ਹੋਣਾ ਹੈ, ਜੋ ਭਾਣਾ ਵਾਪਰਨਾ ਹੈ, ਸੋਈ ਭਲੋ ਮਾਨੇ। ਕਹਿੰਦੇ ਆ ਜੋ ਗੁਰੂ ਕਹਿੰਦਾ ਕਰੇਗਾ ਉਹ ਭਲਾ ਕਰੇਗਾ, ਜੋ ਗੁਰ ਕਹੈ ਸੋਈ ਭਲ ਮਾਨਿਓ। ਔਰ ਉਹਨੂੰ ਭਲਾ ਕਰਕੇ ਮੰਨਣਾ, ਇਹ ਨਾ ਕਹਿਣਾ ਰੱਬ ਨੇ ਆ ਕੀ ਲੋੜਾ ਮਾਰਿਆ, ਰੱਬ ਨੇ ਆ ਕੀ ਕਰ ਦਿੱਤਾ ਹੈ, ਆ ਬੜਾ ਮਾੜਾ ਰੱਬ ਨੇ ਕੀਤਾ। ਇੱਕ ਮਨੁੱਖ ਹੀ ਚੰਗਾ ਕਰਦਾ, ਰੱਬ ਮਾੜਾ ਨਹੀਂ ਕਰਦਾ। ਬ੍ਰਿਸ਼ ਬੀਜ ਅਸੀਂ ਬੋਣੇ ਆ ਤੇ ਉਸ ਪੌਦੇ ਦੀ ਪਰਵਰਿਸ਼ ਵੀ ਅਸੀਂ ਪਾਣੀ ਪਾ ਪਾ ਕੇ ਸਿੰਜਦੇ, ਬਈ ਕਿਹੋ ਜਿਹਾ ਉਹਨੂੰ ਪਾਣੀ ਪਾਉਣੇ, ਫਲ ਪ੍ਰਭੂ ਲਾਉਂਦਾ ਹੈ, ਉਹਦਾ ਭੁਗਤਾਨ ਪ੍ਰਭੂ ਭੁਗਤਾਉਂਦਾ। ਕਰਮ ਅਸੀਂ ਕਰਦੇ ਹਾਂ ਸੰਸਾਰ ਵਿੱਚ, ਸਾਨੂੰ ਪਤਾ ਹੈ ਨਾ, ਇਹ ਤਾਂ ਗਿਆਨ ਹੈ ਨਾ ਸਾਨੂੰ, ਬਈ ਇਹ ਚੰਗਾ ਇਹ ਮਾੜਾ, ਇਹ ਠੰਡਾ ਇਹ ਤੱਤਾ, ਇੱਥੇ ਅੱਗੇ ਹੱਥ ਪਾਇਆ ਤੇ ਸੜ ਜਾਵਾਂਗੇ। ਔਰ ਅਚਨਚੇਤਾ ਉਹਨੂੰ ਆਪਾਂ ਕਹਿ ਸਕਦੇ ਜਿਹਨੂੰ ਇਹ ਪਤਾ ਨਹੀਂ ਬਈ ਅੱਗੇ ਕਿ ਕੋਲੇ ਨੇ, ਤੱਤਾ ਹੈ ਕਿ ਠੰਡਾ ਹੈ। ਛੋਟਾ ਜਿਹਾ ਬੱਚਾ ਹੈ ਨਾ, ਉਹਨੂੰ ਨਹੀਂ ਪਤਾ ਬਈ ਉਹ ਅੱਗ ਦੇ ਕੋਲਿਆਂ ਨੂੰ ਵੀ ਪਕੜਨ ਨੂੰ ਕਰਦਾ ਹੈ, ਔਰ ਉਹ ਤੱਤੇ ਠੰਡੇ ਦਾ ਉਹਨੂੰ ਕੋਈ ਗਿਆਨ ਨਹੀਂ। ਸਾਨੂੰ ਪਤਾ ਹੈ ਨਾ, ਚੰਗੇ ਮਾੜੇ ਦਾ ਪਤਾ ਹੈ ਨਾ, ਚੰਗੇ ਮਨੁੱਖ ਦਾ ਤੇ ਮਾੜੇ ਮਨੁੱਖ ਦਾ ਪਤਾ ਹੈ ਨਾ, ਜ਼ਹਿਰੀਲੀਆਂ ਚੀਜ਼ਾਂ ਦਾ ਤੇ ਅੱਛੀਆਂ ਦਾ ਪਤਾ ਹੈ ਨਾ, ਸੰਗਤ ਦਾ ਤੇ ਕੁਸੰਗਤ ਦਾ ਪਤਾ ਹੈ ਨਾ। ਤੇ ਫੇਰ ਵੀ ਅਸੀਂ ਕਹਿੰਦੇ ਨਹੀਂ ਨਹੀਂ ਨਹੀਂ, ਇਹ ਮੈਨੂੰ ਕਿਸੇ ਨੇ ਕਰਾਤਾ, ਕਿਸੇ ਨੇ ਕਰਤਾ। ਮਹਾਰਾਜ ਬਾਣੀ ਅੰਦਰ ਪਤਾ ਕੀ ਕਹਿੰਦੇ ਨੇ, ਮਹਾਰਾਜ ਕਬੀਰ ਸਾਹਿਬ ਕਹਿੰਦੇ ਮਨ ਜਾਣੇ ਸਭ ਬਾਤ, ਮਨ ਸਾਰੀਆਂ ਗੱਲਾਂ ਜਾਣਦਾ ਹੈ। ਔਰ ਮਨ ਜਾਣੇ ਸਭ ਬਾਤ, ਜਾਣਤ ਹੀ ਜਾਣ ਬੁੱਝ ਕੇ ਹੀ ਔਗਣ ਕਰੇ, ਗੁਨਾਹ ਕਰਦਾ ਹੈ। ਜਿਹੜਾ ਕੰਮ ਜਾਣ ਬੁੱਝ ਕੇ ਕੀਤਾ ਜਾਵੇ ਨਾ, ਉਹਦੀ ਸਜ਼ਾ ਹੁੰਦੀ ਹੈ, ਮੁਆਫ ਨਹੀਂ ਹੁੰਦਾ। ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹੱਥ ਦੀਪ ਕੂਏ ਪਰੇ। ਹੱਥ ਵਿੱਚ ਦੀਵਾ ਫੜਿਆ ਤੇ ਖੂਹ 'ਚ ਡਿੱਗਦਾ ਪਿਆ। ਕਹਿੰਦੇ ਵੀ ਕੌਣ ਦੱਸੇ ਬਈ ਤੂੰ ਡਿੱਗਦਾ, ਹੱਥ ਦੀਵਾ ਹੈ, ਬਾਹਰ ਚਾਨਣਾ ਕਰਦਾ। ਜਦੋਂ ਸਾਨੂੰ ਪਤਾ ਹੈ ਨਾ ਇਹ ਮਾੜਾ ਬੰਦਾ, ਮਾੜਾ, ਫਿਰ ਵੀ ਅਸੀਂ ਉਹਦੀ ਬੈਠਕ ਜਾ ਕੇ ਬਹਿਨੇ, ਫਿਰ ਅਸੀਂ ਸਿਆਣੇ ਕਿਹੜੇ ਪਾਸਿਓਂ? ਇਹ ਬੰਦਾ ਮਾੜਾ ਤੇ ਉਹਦੀ ਸਲਾਹ ਫਿਰ ਵੀ ਮੰਨੀਏ ਤੇ ਫਿਰ ਆਪਾਂ ਸਿਆਣੇ ਕਿਹੜੇ ਪਾਸਿਓਂ? ਇਹ ਚੀਜ਼ ਦੀ ਬੜੀ ਮਾੜੀ ਤੇ ਘਰ ਵੱਲ ਨੂੰ ਜਾਂ ਆਪਣੇ ਅੰਦਰ ਨੂੰ ਖਿੱਚ ਕੇ ਉਹਨੂੰ ਲਿਆਉਣੇ ਆ, ਤੇ ਆਪਾਂ ਕਿੱਡੇ ਕੁ ਸਿਆਣੇ ਆ। ਸਿਆਣਾ ਤਾਂ ਇਹ ਆ ਮਾੜੀ ਚੀਜ਼ ਤੋਂ ਦੂਰੀ ਬਣਾ ਗਿਆ, ਕੁਸੰਗਤ ਤੋਂ ਦੂਰੀ ਬਣਾ ਗਿਆ, ਮਾੜੀ ਵਸਤੂ ਤੋਂ ਦੂਰੀ ਬਣਾ ਗਿਆ। ਉਹਨੂੰ ਪਤਾ ਹੈ ਚੀਜ਼ ਆਉਣ ਵਾਲੇ ਸਮੇਂ ਮੇਰੇ ਪਰਿਵਾਰ 'ਚ ਔਰ ਜਿਹੜੀ ਇੱਕ ਖਤਰਾ ਪੈਦਾ ਕਰ ਸਕਦੀ, ਉਹ ਲਿਆਉਂਦਾ ਨਹੀਂ। ਆ ਨਸ਼ੇ ਆ ਨਾ ਜੀ, ਕਿਸੇ ਨਾ ਕਿਸੇ ਰੂਪ 'ਚ ਵੱਡਿਆਂ ਨੇ ਘਰੇ ਹੀ ਲਿਆਂਦੇ ਨੇ, ਔਰ ਸ਼ਰਾਬਾਂ ਕਬਾਬਾਂ ਘਰੇ ਹੀ ਲਿਆਂਦੀਆਂ ਨੇ। ਤੇ ਜਦੋਂ ਜਵਾਕ ਇੱਧਰ ਨੂੰ ਚੱਲ ਪੈਂਦੇ ਫਿਰ ਧਾਹਾਂ ਮਾਰਦੇ ਨੇ। ਹੁਣ ਜੀ ਕੋਈ ਛੁਟਕਾਰਾ ਹੋ ਜੇ, ਬੀਜ ਕਿੰਨੇ ਬੋਇਆ, ਉਹਨੇ ਫਲੀ ਭੂਤ ਹੋਣਾ। ਬੀਜ ਇੱਕ ਹੀ ਆਪਾਂ ਬੋਣੇ, ਉਹਦੇ ਕਿੰਨੀਆਂ ਅੱਗੇ ਪੌਦੇ ਬਣਦੇ ਨੇ। ਇਸ ਕਰਕੇ ਪਹਿਲਾਂ ਹੀ ਸਾਵਧਾਨ ਹੋਈਏ। ਜਿਹੜੀਆਂ ਮਾਰੂ ਚੀਜ਼ਾਂ ਹੈ ਨਾ, ਪਤਾ ਹੈ ਨਾ ਵੀ ਇਹ ਮਾੜਾ, ਤੇ ਮਾੜੀਆਂ ਚੀਜ਼ਾਂ ਪਰੋਸਿਆ ਨਾ ਕਰੀਏ, ਉਹਦੇ ਤੋਂ ਗੁਰੇਜ਼ ਕਰਿਆ ਕਰੀਏ। ਵਿਆਹਾਂ ਸ਼ਾਦੀਆਂ 'ਚ ਕਿੰਨਾ ਨਸ਼ਾ ਅਸੀਂ ਦਿੰਦੇ, ਸ਼ਰਾਬਾਂ ਆਦਿ ਐ ਲਾ ਦਿੰਦੇ ਹਾਂ। ਫਿਰ ਆ ਪਿੱਛੇ ਜੇ ਤਾਂ ਇਹ ਜਿਹੜੇ ਸਨ ਨਾ ਕੀ ਪੈਲਸਾਂ ਵਾਲਿਆਂ ਨੇ, ਉਹਨਾਂ ਨੇ ਕਿਹਾ ਸੀ ਇੱਕ ਵੱਖਰਾ ਪਰਮਿਟ ਲਾਓ, ਤੇ ਉਹ ਮੈਨੂੰ ਇੱਕ ਸੱਜਣ ਦੱਸੀ ਜਾਵੇ ਜੀ, ਪਰਮਿਟ ਹੀ ਬੜੇ ਮਹਿੰਗੇ ਮਹਿੰਗੇ ਉਹ ਲੈਂਦੇ ਨੇ। ਉਹਦੀ ਆਗਿਆ ਜਿਹੜੀ ਪੈਸੇ ਭਰ ਕੇ ਕਾਹਦੇ ਲਈ, ਵੀ ਅਸੀਂ ਸ਼ਰਾਬ ਨਹੀਂ ਪਿਆਉਣੀ ਛੱਡ ਸਕਦੇ। ਹੁਣ ਉਹ ਮਾੜਾ ਹੀ ਆ ਨਾ, ਮਾੜਾ ਹੀ ਪਰੋਸਦੇ ਆ ਨਾ, ਹੋਰ ਕੀ ਆ? ਉਹ ਬੀਜ ਕਿਹੜਾ ਮਾੜਾ ਹੀ ਆ ਨਾ। ਉਹਦੇ ਤੋਂ ਇਹੋ ਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ, ਇਹ ਸਾਨੂੰ ਪਤਾ ਹੈ ਨਾ, ਤੇ ਜਾਣ ਬੁੱਝ ਕੇ ਔਗਣਨਾ ਇਹੋ ਜਿਹੇ ਕਰਿਆ ਕਰੀਏ। ਉਹ ਬੀਜ ਫਲੀ ਭੂਤ ਹੋਣਾ ਹੈ, ਤੇ ਫਿਰ ਇੱਕ ਦਿਨ ਸਾਡੇ ਮੂਹਰੇ ਆਉਣਾ ਹੈ, ਫਿਰ ਅਸੀਂ ਰੌਲਾ ਪਾਉਣਾ ਹੈ। ਜੋ ਪ੍ਰਭੂ ਕਰਦਾ ਉਹ ਭਲਾ ਕਰਦਾ, ਮਾੜਾ ਨਹੀਂ ਕਰਦਾ। ਸਾਡੇ ਬੀਜੇ ਬੀਜ ਦਾ ਭੁਗਤਾਨ ਕਰਨਾ ਪੈਣਾ ਹੈ। ਅਸੀਂ ਜੋ ਬੀਜਿਆ ਹੈ ਉਹ ਸਾਨੂੰ ਚੁਗਣਾ ਪੈਣਾ ਹੈ, ਵੱਢਣਾ ਪੈਣਾ ਹੈ, ਖਾਣਾ ਪੈਣਾ ਹੈ। ਆਪੇ ਬੀਜ ਆਪੇ ਹੀ ਖਾਓ। ਕਰ ਕਰ ਕਰਨਾ, ਆਪ ਜੋ ਕਰਦੇ ਹੋ ਲਿਖ ਲੈ ਜਾਓ, ਇਹੀ ਤੁਹਾਡੀ ਲਿਖਤ ਬਣਨੀ। ਚੰਗੀ ਕਰ ਲਓ, ਮਾੜੀ ਕਰ ਲਓ। ਮੈਂ ਤੁਹਾਨੂੰ ਕਹਾਂਗਾ ਮੈਂ ਬੜਾ ਚੰਗਾ, ਮੈਂ ਕਿਤਾਬਾਂ ਪੜ੍ਹਨਾ ਹੈ, ਗ੍ਰੰਥ ਪੜ੍ਹ ਲੈਣਾ ਹੈ, ਤੁਹਾਨੂੰ ਕਥਾ ਸੁਣਾ ਦੇਣਾ ਬੜਾ ਚੰਗਾ, ਪਰ ਮੈਨੂੰ ਵੀ ਮੰਦਾ ਕਰਨ ਲੱਗਿਆਂ ਪਤਾ ਹੁੰਦਾ ਹੈ
कि मैं माड़ा करदा है, नहीं चाहिदा, तो वह लेखा हुण तुसीं थोड़ा देवोगे, मैं ही देवांगा ना। जे मैं करूँ मैं दूँ, मेरा जवाक जल्ला करूँ वो दो, जे तुसीं करोगे तुहानूं देना पैना। ये कहण दी मातर असीं मैं तुहानूं कही जावांगा मैं बड़ा चंगा, मैं आ वो फटफटियां मारी जाऊँ तो तुसीं पासे मारी जाओगे। नहीं, ये इन्हां तो खड़ा छडाइए, इन्हां गल्लां तो, ये फोकी वडियाई तो बचीए तो सची मुची अपने वाले ध्यान देइए, अपने शरीर वाले, और मारू चीज़ां माड़ियां चीज़ां औगण जिहड़े आ उन्हां तो दूरी बनाइए, औगण आरियां तो दूरी बनाइए, ओह जे कुसंगियां तो दूरी बनाइए। जदों असीं आप दूरी बनाई ना, साडे बच्चे आपे बचन लग पैणगे। असीं उदों वेखदे हां जदों बीमारी वध जांदी है, कैंसर दा इलाज है, कैंसर हो जाती ना, इहदा इलाज है आ जदों पहली दूजी स्टेज होवे, ते जदों चौथी ते चला जावे ना, डॉक्टर हथ खड़े कर देंदे, हुंदा सेवा ही आ। असीं भी रौला उदों ही पाउणे आ जदों माड़ियां भयानक बीमारियां आदतां ना चौथी मंजिल ते चलियां जांदियां, चौथी स्टेज ते फिर रौला पाउणे उदों काहनूं ये हटदियां ने। पहला पहला ही सवार लिया करिए, पहला पहला ही ध्यान दिया करिए। खैर रहो विचार, ये आ जो प्रभु करदा है वो माड़ा नहीं करदा। सतगुर सबना दा भला मनाइंदा, ते इसदा बुरा क्यों होए। असीं चंगा करिए तो साडा चंगा होवेगा, चंगा बीजगे तो चंगा वढांगे। कहंदे सोई भलो मानै, ओनू भला करके गुरसिख मनदा है। प्रभु माड़ा नहीं करदा, प्रभु अच्छा करदा है, चंगा करदा है। ददै दोष ना देऊ किसै, दोष कर्मा अपने, जो मैं किया, जो मैं कीता है संसार च सो मैं पाया, वो मैनू आके मिलिया। जो असीं करदे आ ना दुगना होके आउणा है। जे किसी दा बुरा करिए, किसी दा भला करिए, और वो दुगना होके आउणा है। जो मैं किया सो मैं पाया। जिहड़े बंदे ने, जिहड़े जीव ने आप सत्कार नहीं ना किसी दा कीता ਵੱਡੇ ਦਾ, ਤੇ ਉਹ ਮਤਾਂ ਭਾਲੇ ਬਈ ਮੇਰੇ ਝੰਡੇ ਝੂਲਣਗੇ, ਉਹ ਉਦੋਂ ਵੱਧ ਕੇ ਬੁਰਿਆ ਹੋਣਾ, ਉਹਦਾ ਬੁਰਾ ਹੋਣਾ। ਅਸੀਂ ਆਨੇ ਫਲਾਣੇ ਨੇ ਕੀ ਕੀਤਾ ਮੈਂ ਕਿਉਂ ਕਰਾਂ, ਇਹ ਕਦੇ ਨਾ ਆਖਿਆ ਕਰੋ। ਉਹਨੇ ਜੋ ਕੀਤਾ ਹੈ ਉਹ ਉਹਨੇ ਵੱਢਣਾ ਹੈ। ਤੂੰ ਜੋ ਕਰੇਗਾ, ਤੂੰ ਆਪਣੇ ਲਈ ਬੀਜੇ ਨਾ ਵੇਖ ਉਹਨੇ ਕੀ ਕੀਤਾ, ਤੂੰ ਕੀ ਕਰਦਾ ਹੈ। ਤੇਰੇ ਅੱਗੇ ਤੇਰਾ ਕੀਤਾ ਹੋਣਾ, ਉਹਦੇ ਵਾਲੇ ਨੇ ਤੇਰਾ ਕੁਛ ਨਹੀਂ ਵਿਗਾੜਨਾ। ਉਹਨੇ ਕੀ ਕੀਤਾ ਉਹਦੇ ਨਾਲ ਤੇਰਾ ਕੋਈ ਮਤਲਬ ਨਹੀਂ, ਉਹਦਾ ਤੈਨੂੰ ਭੁਗਤਾਨ ਨਹੀਂ ਭੁਗਤਣਾ ਪੈਣਾ। ਤੈਨੂੰ ਆਪਣਾ ਤੂੰ ਕੀ ਕਰਦਾ ਹੈ, ਤੈਨੂੰ ਲੇਖਾ ਇਸੇ ਦਾ ਦੇਣਾ ਪੈਣਾ ਹੈ। ਤੈਨੂੰ ਦੁੱਖ ਸੁੱਖ ਇਸੇ ਦਾ ਭੋਗਣਾ ਪੈਣਾ ਹੈ। ਤੂੰ ਭਲਾ ਕਰ, ਤੂੰ ਅੱਛਾ ਕਰ, ਕਮ ਸੇ ਕਮ ਉਹਦੇ ਨਾਲ ਬੁਰਾ ਹੋ ਰਿਹਾ ਤੇਰੇ ਨਾਲ ਤਾਂ ਨਾ ਹੋਵੇ। ਤੂੰ ਤਾਂ ਸੁੱਖ ਵਸੇ, ਤੂੰ ਤਾਂ ਅੱਛਾ ਤੇਰੇ ਨਾਲ ਤਾਂ ਹੋਵੇ। इस करके कहते प्रभु भला करता है, वो बुरा नहीं करता। ये सानू लगता है कि परमात्मा ने माड़ा करता, नहीं। महाराज कहते सेवा सर्वात्म कै दासन को दास, और वो सेवा करता सर्वात्म कै सारियां, और विच मिलिया होया आत्म स्वरूप होके सेवा नू निभाउंदा है। ते वो निम्रता इन्नी, दासन को दास है। एक प्रभु आ, एक प्रभु दे सेवक, ਤੇ ਉਹ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ, ਔਰ ਇੰਨੀ ਨਿਮਰਤਾ ਵਿੱਚ ਰਹਿਣ ਲੱਗ ਜਾਂਦਾ ਹੈ। ਸ੍ਰੀ ਗੁਰ ਦਰਸ ਸ਼ਬਦ ਬ੍ਰਹਮ ਗਿਆਨ ਧਿਆਨ, ਸ੍ਰੀ ਸਭ ਦੇ ਸ਼ਰੋਮਣੀ, ਸ੍ਰੀ ਸਰਬੋਤਮ, ਔਰ ਸ੍ਰੀ ਸੋਭਾ ਵਾਲੇ, ਸਾਰਿਆਂ ਤੋਂ ਉਤਕ੍ਰਿਸ਼ਟ ਸਭ ਦੇ ਸ਼ਰੋਮਣੀ ਕੌਣ ਨੇ? ਗੁਰ, ਗੁਰੂ, ਜਿਹੜਾ ਅੰਧਕਾਰ ਨੂੰ ਕੱਟੇ, ਹਿਰਦੇ ਵਿੱਚ ਪ੍ਰਕਾਸ਼ ਕਰੇ। ਔਰ ਦਰਸ ਸ਼ਬਦ, ਗੁਰੂ ਦਾ ਦਰਸ਼ਨ ਕੀ ਆ? ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ, ਸ਼ਬਦ ਨੂੰ ਜਪਣਾ, ਉਹਦਾ ਧਿਆਨ ਧਰਨਾ, ਇਹ ਉਹ ਗੁਰੂ ਦਾ ਦੇਦਾਰ ਹੋਣਾ। ਇਹਦੇ ਨਾਲ ਹੀ ਦੇਦਾਰ ਹੋਣਾ। ਇਹਨੇ ਅੰਦਰ ਪਾਕ ਪਵਿੱਤਰ ਕਰ ਦੇਣਾ, ਦੀਵਾ ਜਗਾ ਦੇਣਾ। ਉਹ ਚਾਨਣੇ ਦੇ ਨਾਲ ਤੈਨੂੰ ਉਹਦਾ ਦੀਦਾਰ ਹੋ ਜਾਣਾ, ਤੂੰ ਉਹਨੂੰ ਮਿਲ ਜਾਣਾ। ਕੇਵਲ ਦੀਦਾਰ ਹੀ ਨਹੀਂ, ਤੂੰ ਉਹਦਾ ਰੂਪ ਹੋ ਜਾਵੇਂਗਾ ਜਪੇਂਗਾ ਤਾਂ। ਔਰ ਬ੍ਰਹਮ ਗਿਆਨ ਧਿਆਨ, ਜਦੋਂ ਧਿਆਨ ਸ਼ਬਦ ਦਾ ਟਿਕਾਏਗਾ, ਧਿਆਨ ਵਿੱਚ ਸ਼ਬਦ ਚੱਲੇਗਾ ਤੇ ਇਕਾਗਰਤਾ ਬਣੇਗੀ। ਕਹਿਣ ਲੱਗੇ ਫਿਰ ਬ੍ਰਹਮ ਦਾ ਗਿਆਨ ਪ੍ਰਾਪਤ ਹੋਵੇਗਾ ਵੀ ਬ੍ਰਹਮ ਚੀਜ਼ ਕੀ ਆ।
ਇਹ ਅੱਖਰਾਂ ਕਿਤਾਬਾਂ ਦਾ ਗਿਆਨ ਉਧਰ ਨੂੰ ਚੱਲਣ ਵਾਸਤੇ ਆ। ਨਕਸ਼ਾ ਹੁੰਦਾ ਨਾ ਜੀ, ਨਕਸ਼ਾ ਕਿਸੇ ਦੇਸ਼ ਦਾ ਹੋਵੇ, ਕਿਤੇ ਦਾ ਵੀ ਹੋਵੇ, ਉਹ ਨਕਸ਼ਾ ਉੱਥੇ ਪਹੁੰਚਣ ਵਾਸਤੇ ਨਕਸ਼ਾ ਮੰਜ਼ਲ ਨਹੀਂ ਗੀ, ਧਿਆਨ ਰੱਖਣਾ, ਉਹ ਨਕਸ਼ਾ ਮੰਜ਼ਲ ਨਹੀਂ ਗੀ, ਨਕਸ਼ਾ ਪਹੁੰਚਣ ਵਾਸਤੇ ਆ। ਅੰਦਰ ਜਿਹੜਾ ਜਪਣਾ ਹੈ ਨਾ ਇਹ, ਔਰ ਮੰਜ਼ਲ ਤੇ ਪਹੁੰਚਣ ਵਾਸਤੇ ਆ, ਮਾਲਕ ਨੂੰ ਮਿਲਣ ਵਾਸਤੇ ਜਪਣਾ ਹੈ। ਤੇ ਜਿਹੜਾ ਉਹਦਾ ਮਿਲਾਪ ਹੈ ਉਹ ਮੰਜ਼ਲ ਹੈ, ਜਿਹੜਾ ਉਹਦਾ ਮਿਲਾਪ ਹੈ ਨਾ, ਪ੍ਰਕਾਸ਼ ਹੈ ਅੰਦਰ, ਉਹ ਮੰਜ਼ਲ ਹੈ। ਉਹਦਾ ਆਨੰਦ ਵੱਖਰਾ ਹੀ ਹੈ। ਉਦੋਂ ਕੋਈ ਵੀ ਕਲਮ ਲਿਖ ਨਹੀਂ ਸਕਦੀ, ਕੋਈ ਜ਼ੁਬਾਨ ਬਿਆਨ ਨਹੀਂ ਕਰ ਸਕਦੀ, ਉਹ ਕਿੰਨੀਆਂ ਕੁ ਬਖਸ਼ਾਂ ਵਾਲਾ ਹੈ। ਕਹਿੰਦੇ ਉਹਦਾ ਗਿਆਨ ਪੂਰਨ ਸਰਬਮਈ ਬ੍ਰਹਮ ਵਿਸ਼ਵਾਸ ਹੈ। ਫਿਰ ਉਹ ਜਦੋਂ ਉਹਦਾ ਗਿਆਨ ਜਿਵੇਂ ਜਿਵੇਂ ਹੁੰਦਾ ਨਾ ਜੀ, ਤੇ ਜਿਸ ਨੂੰ ਹੁੰਦਾ ਹੈ ਉਹ ਜਾਣਦਾ ਹੈ ਉਹ ਪਰਿਪੂਰਨ ਪਰਮਾਤਮਾ ਸਾਰੇ ਮਈ ਵਿੱਚ, ਸਾਰਿਆਂ ਦੇ ਵਿੱਚ, ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ। ਤੇ ਫਿਰ ਉਹ ਪਰਮਾਤਮਾ ਨੂੰ ਰਮਿਆ ਹੋਇਆ ਜਾਣ ਕੇ ਬ੍ਰਹਮ ਵਿਸ਼ਵਾਸ ਹੈ, ਉਹਦੇ ਤੇ ਭਰੋਸਾ ਹੈ ਉਹਨੂੰ ਵੀ ਜਿੱਥੇ ਮੈਂ ਖੜਾ ਇੱਥੇ ਮੇਰਾ ਪਰਮਾਤਮਾ ਮੇਰੇ ਨਾਲ ਹੈ। ਤੇ ਜੇ ਪਰਮਾਤਮਾ ਮੇਰੇ ਨਾਲ ਹੈ ਤੇ ਮੇਰੇ ਕਾਰਜ ਉਹਨੇ ਹੀ ਸਵਾਰਨੇ ਆ ਕਦੇ, ਔਰ ਮੇਰਾ ਮਾੜਾ ਹੋ ਨਹੀਂ ਸਕਦਾ। ਹਾਂ, ਸ਼ਰਤ ਇਹ ਆ ਵੀ ਕਿਤੇ ਤੂੰ ਮਾੜਾ ਨਾ ਕੀਤਾ ਹੋਵੇ। ਤੂੰ ਆਖੇ ਬਈ ਕੋਈ ਉੱਠ ਕੇ ਕਹਿ ਦੇਵੇਗਾ ਬਈ ਮੇਰਾ ਬੁਰਾ ਹੋਇਆ, ਮੇਰੇ ਨਾਲ ਪ੍ਰਮਾਤਮਾ ਕਿੱਧਰ ਗਿਆ ਸੀ ਬਈ, ਉਦੋਂ ਪ੍ਰਮਾਤਮਾ ਕਿੱਥੇ ਸੀ? ਉਸ ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਅਸੀਂ ਕਿਸੇ ਨੂੰ ਦੁੱਖ ਦਿੱਤਾ ਹੈ, ਅਸੀਂ ਕਿਸੇ ਦਾ ਕਾਰਜ ਵਿਗਾੜਿਆ ਤਾਂ ਮੇਰਾ ਵਿਗੜਿਆ ਹੈ। ਜੇ ਕਿਸੇ ਦਾ ਭਲਾ ਕੀਤਾ ਨਾ, ਆਮ ਆਪਣੀ ਕਹਾਵਤ ਹੈ ਨਾ ਪਿੰਡਾਂ ਦੀ, ਕਿ ਅੰਤ ਭਲੇ ਦਾ ਭਲਾ। ਭਾਵ ਕੀ ਹੈ, ਜੇ ਅਸੀਂ ਭਲਾ ਕੀਤਾ ਹੈ ਨਾ ਤੇ ਸਾਡਾ ਭਲਾ ਹੋ ਜਾਣਾ ਹੈ, ਜੇ ਬੁਰਾ ਕੀਤਾ ਹੈ ਤੇ ਸਾਡਾ ਬੁਰਾ ਹੋ ਜਾਣਾ ਹੈ। ਔਰ ਇਸ ਕਰਕੇ ਭਲਾਕੁਨ ਬਿਰਤੀਆਂ ਬਣਾਈਏ, ਬ੍ਰਹਮ ਵਾਲੀਆਂ ਬਣਾਈਏ ਤੇ ਬ੍ਰਹਮ ਵੱਲ ਨੂੰ ਤੁਰੀਏ, ਉਹ ਮਾਲਕ ਨਾਲ ਜੁੜੀਏ। ਫਿਰ ਸਾਡਾ ਆਇਆ ਹੋਇਆ ਸਫਲਤਾ ਪੂਰਵਕ ਹੋਣਾ ਹੈ। ਫਿਰ ਜੀਵਨ ਦੀ ਨਈਆ ਜਿਹੜੀ ਹੈ ਪਾਰ ਲੱਗਣੀ ਹੈ, ਫਿਰ ਮੰਜ਼ਲ ਮਾਲਕ ਤੱਕ ਪਹੁੰਚਿਆ ਜਾਣਾ ਹੈ। ਜਦੋਂ ਮਾਲਕ ਵੱਲ ਨੂੰ ਤੁਰਾਂਗੇ, ਜਿੰਨਾ ਚਿਰ ਤੁਰੇ ਨਹੀਂ ਅਜੇ ਗੱਲਾਂ ਨੇ, ਰਾਹ ਤਾਂ ਪੁੱਛੀ ਜਾਂਦੇ ਆ, ਰੋਜ਼ ਹੀ ਪੁੱਛੀ ਜਾਂਦੇ ਆ, ਪਰ ਤੁਰਦੇ ਨਹੀਂ। ਤੁਰਨਾ ਉਦਣਿਆ ਜਿੱਦਣ ਮਨ ਔਰ ਜੋ ਤਿਆਗਣ ਜੋਗੇ ਉਦਣ ਉਹਨਾਂ ਨੂੰ ਛੱਡਣ ਲੱਗ ਪਿਆ, ਜੋ ਗ੍ਰਹਿਣ ਕਰਨ ਜੋਗੇ ਉਹਨਾਂ ਨੂੰ ਗ੍ਰਹਿਣ ਕਰਨ ਲੱਗ ਪਿਆ। ਉਸ ਦਿਨ ਅੰਦਰ ਦੀ ਕਦਮ ਪੁੱਟਣੀ ਆ, ਉਸ ਦਿਨ ਅੰਦਰ ਦਾ ਚੱਲਣਾ ਹੈ। ਜਿੱਦਣ ਮਨ ਦੇ ਵਿਚਾਰ ਬਦਲਣ ਲੱਗ ਪਏ, ਜਿੱਦਣ ਮਨ ਨੇ ਕਿਹਾ ਨਾ ਕਿ ਤੂੰ ਸਤ ਸੰਗਤ ਸੁਣ ਕੇ ਆ, ਤੂੰ ਤਾਂ ਸੰਗੀ ਦੇ ਕੋਲ ਬੈਠਾ, ਇਹਦੇ ਕੋਲ ਨਹੀਂ ਬੈਠਣਾ, ਸਮਝ ਲਿਓ ਹੁਣ ਮਨ ਚੱਲ ਪਿਆ, ਮਨ ਚੱਲ ਪਿਆ। ਜਿੱਦਣ ਕਿਹਾ ਨਾ ਵੀ ਇਹ ਔਰ ਔਗਣਿਆਰੇ ਲੋਕ ਨੇ ਤੇ ਇਹਨਾਂ ਦਾ ਸਾਥ ਦੇਣਾ ਇੱਕ ਪਾਪ ਹੈ, ਇਹਨਾਂ ਦੇ ਕੋਲੋਂ ਨਹੀਂ, ਉੱਠ ਕੇ ਉੱਥੋਂ ਚੱਲ ਪਿਆ, ਮੁੜ ਪਿਆ, ਰਹਿਤ ਹੋ ਗਿਆ। ਸਮਝ ਲਿਓ ਵੀ ਸਮਝ ਪੈਣ ਲੱਗ ਪਈ, ਮਨ ਚੱਲ ਪਿਆ, ਇੱਧਰੋਂ ਮੁੜਨ ਲੱਗ ਪਿਆ, ਰਹਿਤ ਹੋਣ ਲੱਗ ਪਿਆ। ਤੇ ਜਿੰਨਾ ਚਿਰ ਸਤ ਸੰਗਤ 'ਚ ਵੀ ਆਏ ਤੇ ਜਾ ਕੇ ਉਹਨਾਂ ਅਵਗਣਾਰਿਆਂ 'ਚ ਵੀ ਬੈਠੇ, ਗੁਨਾਹ ਗੁਸਤਾਖੀਆਂ ਕਰਨ ਵਾਲਿਆਂ 'ਚ ਵੀ ਬੈਠੇ, ਇਹ ਸਮਝ ਲਿਓ ਅਜੇ ਮਨ ਚੱਲਿਆ ਨਹੀਂ, ਐਵੇਂ ਬਸ ਉੱਤੋਂ ਪਾਣੀ ਹੀ ਵਹਾਈ ਜਾ ਰਹੇ ਆ, ਅਜੇ ਮੈਲ ਨਹੀਂ ਉਤਰੀ। ਜਦੋਂ ਮੈਲ ਉਤਰਦੀ ਨਾ, ਸਮਝ ਲੈਣਾ, ਜਦੋਂ ਥੋੜਾ ਜਿਹਾ ਪਤਾ ਲੱਗਣ ਲੱਗ ਪਏ ਨਾ ਵੀ ਇਹ ਗਲਤ ਆ, ਉਸੇ ਵੇਲੇ ਉੱਥੋਂ ਚੱਲ ਪੋ, ਸਮਝ ਲੈਣਾ ਵੀ ਮਨ ਨੂੰ ਪਤਾ ਲੱਗ ਗਿਆ ਹੁਣ ਚੱਲ, ਇਹ ਔਗਣ ਹੈ। ਤੇ ਜੇ ਫੇਰ ਵੀ ਉੱਥੇ ਬੈਠੇਗਾ ਫਿਰ ਉਹਨਾਂ ਦਾ ਖਮਿਆਜ਼ਾ ਭੁਗਤਣਾ ਹੀ ਪਵੇਗਾ, ਉਹਦੇ ਤੋਂ ਕੋਈ ਵੀ ਰਹਿਤ ਨਹੀਂ ਕਰ ਸਕਦਾ। ਇਹ ਭਾਈ ਗੁਰਦਾਸ ਸਾਹਿਬ ਨੇ ਦੱਸਿਆ ਹੈ, ਗੁਰਮੁਖ ਜਨ ਜਿਹੜੇ ਉਹ ਭਲੇ ਵੱਲ ਨੂੰ ਚੱਲਦੇ, ਭਲਾ ਕਰਦੇ, ਭਲਾ ਸੋਚਦੇ, ਭਲਾ ਵਿਚਾਰਦੇ ਤੇ ਭਲਾਈ ਨੂੰ, ਐਸ਼ਾਈ ਨੂੰ ਘਰੇ ਲਿਆਉਂਦੇ, ਬਾਹਰਲੇ ਘਰੇ ਵੀ ਜੀ ਤੇ ਆਪਣੇ ਹਿਰਦੇ ਰੂਪ ਘਰ 'ਚ ਵੀ, ਕਿਉਂਕਿ ਔਗਣ ਇੱਥੇ ਹੀ ਵਸਦੇ, ਪਵਾੜੇ ਬਾਹਰ ਫੇਰ ਹੀ ਪੈਂਦੇ ਨੇ, ਇੱਥੇ ਹੀ ਗੁਣ ਵਸਦੇ ਨੇ, ਖੁਸ਼ੀਆਂ ਦੇ ਖੇੜੇ ਬਾਹਰ ਫੇਰ ਹੀ ਆਉਂਦੇ ਨੇ। ਔਰ ਇਸ ਕਰਕੇ ਇਹ ਧਿਆਨ ਰੱਖਣਾ ਹੈ, ਕੁਝ ਨਾ ਕੁਝ ਜਪਣ ਦਾ ਯਤਨ ਕਰਿਆ ਕਰੀਏ, ਕੁਝ ਨਾ ਕੁਝ ਮਨ ਨੂੰ ਜੋੜਨ ਦਾ ਯਤਨ ਕਰਿਆ ਕਰੀਏ। ਔਰ ਮੈਂ ਕਈ ਵਾਰ ਬਿਆਨ ਕਰਦਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਕਈ ਵਾਰ ਕਹਿੰਦੇ ਜੀ ਅਸੀਂ ਪੁੱਛੀਏ ਜੀ ਕਿਵੇਂ ਜਪੀਏ ਜੀ, ਕਿਵੇਂ ਕਰੀਏ ਜੀ, ਸਾਨੂੰ ਪਤਾ ਨਹੀਂ। ਨਿੱਕਾ ਜਿਹਾ ਬੱਚਾ ਹੁੰਦਾ ਹੈ, ਉਹਨੂੰ ਦੁੱਧ ਚੁੰਘਣਾ ਕੌਣ ਸਿਖਾਉਂਦਾ? ਨਿੱਕਾ ਜਿਹਾ ਬੱਚਾ ਹੁੰਦਾ ਹੈ, ਚੱਲ
ਉਹ ਆ। ਔਰ ਕਟੜੂ ਵਛੜੂ ਹੁੰਦਾ ਉਹਨੂੰ ਕੌਣ ਸਿਖਾਉਂਦਾ ਹੈ? ਆਪੇ ਹੀ ਆ ਜਾਂਦਾ। ਤੁਸੀਂ ਜਪੋ ਤੇ ਸਹੀ, ਅੰਦਰ ਭੁੱਖ ਹੋਵੇ ਆਪਣੇ ਆਪ ਉਹ ਜਾਚ ਸਿਖਾ ਦਿੰਦੀ। ਤੇ ਕਾ ਜਿਹੜਾ ਆਪਾਂ ਖੇਤੀ 'ਚ ਬੀਜ ਬੀਜਦੇ ਹਾਂ ਉਹ ਮਿੱਟੀ ਦੇ ਅੰਦਰ ਜਾਣਾ ਚਾਹੀਦਾ, ਧਰਤੀ ਦੇ, ਤੇ ਧਰਤੀ ਨੂੰ ਪਾੜ ਕੇ ਬਾਹਰ ਨਿਕਲ ਆਉਂਦਾ ਹੈ। ਚਾਹੇ ਉਹ ਪੁੱਠਾ ਡਿੱਗ ਪਏ, ਚਾਹੇ ਉਹ ਸਿੱਧਾ ਡਿੱਗ ਪਏ, ਚਾਹੇ ਉਹ ਟੇਢਾ ਡਿੱਗ ਪਏ। ਤੁਸੀਂ ਭਾਵੇਂ ਤੁਰ ਕੇ ਜਪੋ ਤੇ ਭਾਵੇਂ ਬਹਿ ਕੇ ਜਪੋ ਤੇ ਭਾਵੇਂ ਪੈ ਕੇ ਜਪੋ, ਜਪੋ ਜ਼ਰੂਰ। ਤੁਹਾਡੇ ਅੰਦਰ ਵਾਹਿਗੁਰੂ ਦਾ ਨਾਮ ਬੀਜ ਹੋਇਆ ਨਾ, ਇਹਨੇ ਪਿਆਰਿਓ ਕਈ ਪਰਤਾਂ ਪਾੜ ਕੇ ਬਾਹਰ ਪ੍ਰਕਾਸ਼ ਆ ਜਾਣਾ ਹੈ, ਜੇ ਜਪਿਆ ਹੋਇਆ, ਜੇ ਜੁੜਿਆ ਹੋਇਆ। ਹਾਂ, ਦਲੇ ਹੋਏ ਦਾਣੇ ਹੋਣ ਨਾ, ਦਲੀਆ ਬਣਾਇਆ, ਉਹ ਇੱਕ ਨਹੀਂ ਉਗਵਦਾ। ਜੁੜਿਆ ਦਾਣਾ ਹੋਵੇ ਨਾ, ਉਹ ਉੱਗ ਵੀ ਪੈਂਦਾ ਹੈ। ਮਹਾਰਾਜ ਵੀ ਕਹਿੰਦੇ ਆ, ਜੇ ਇੱਕ ਹੋਏ ਤਾਂ ਉਗਵੇ, ਜੇ ਇੱਕ ਜੁੜਿਆ ਹੋਵੇਗਾ ਤਾਂ ਉਗਵੇਗਾ। ਦਲੀਆ ਮਲੀਆ ਕੀਤਾ ਨਹੀਂ ਜੇ ਉਗਵਣਾ। ਇਸ ਕਰਕੇ ਏਕਤਾ ਲਿਆਈਏ, ਅੰਦਰ ਇੱਕ ਹੋ ਜਾਈਏ, ਫਿਰ ਉਹ ਉਗਵੇਗਾ। ਅੰਦਰ ਜਪਿਆ ਕਰੋ। ਜੇ ਅਸਲੋਂ ਟਾਈਮ ਨਹੀਂ ਨਾ, ਪਹਿਲੀ ਗੱਲ ਤਾਂ ਤੜਕੇ ਉੱਠ ਕੇ 5 ਮਿੰਟ ਜ਼ਰੂਰ ਚੌਂਕੜੇ ਲਾ ਕੇ, ਜਿੰਨੇ ਆਉਨੇ ਹੋ ਨਾ ਸਤ ਸੰਗਤ 'ਚ, ਤੜਕੇ ਇਸ਼ਨਾਨ ਕਰਕੇ ਜਲ ਪਾਣੀ ਛਕ ਕੇ ਕੋਈ ਨਿਤਨੇਮ ਕਰਦੇ ਹੋ, ਉਹ ਨਿਤਨੇਮ ਬਾਅਦ 'ਚ ਕਰਿਆ ਜਾ ਸਕਦਾ। ਮਿੰਟ 5 ਜਾਂ 7 ਸਾਰੇ ਚੌਂਕੜਾ ਲਾ ਕੇ ਨਾ, ਵਾਹਿਗੁਰੂ 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 ਵਾਹਿਗੁਰੂ, ਬਸ ਆ ਧੁਨ ਨੂੰ ਹੀ ਅਲਾਪਣਾ ਹੈ। ਇੰਨਾ ਵੀ ਨਹੀਂ ਵੀ ਲਾਗੇ ਸੁੱਤੇ ਨੇ ਤੇ ਉਹ ਉੱਠ ਕੇ ਆਖਣਾ ਕਿ ਪੰਗਾ ਨਵਾਂ ਛੇੜ ਲਿਆ। ਇੰਨਾ ਉੱਚੀ ਨਹੀਂ, ਆਪ ਹੀ ਸੁਣਨਾ ਹੈ, ਆਪ ਹੀ ਜਪਣਾ ਹੈ, ਨੇਤਰਾਂ ਨੂੰ ਬੰਦ ਰੱਖਣਾ ਹੈ, ਕਿਉਂਕਿ ਇੱਧਰ ਉੱਧਰ ਦੀ ਕੋਈ ਹਰਕਤ ਨਜ਼ਰ ਨਾ ਆਵੇ। ਤੇ ਤੁਸੀਂ ਆਪ ਹੀ ਦੇਖਿਓ, ਕੁਝ ਦਿਨ ਸ਼ੁਰੂ ਕਰੋ ਕਿਰਾ ਇਹਨੂੰ ਜਪੋ, ਆਪਣੇ ਆਪ ਰਸ ਬਣ ਲੱਗ ਪਏਗਾ। ਤੇ ਜਿਹੜੀਆਂ ਮਾਈਆਂ ਬੀਬੀਆਂ ਉਹ ਨਾ ਤੜਕੇ ਉੱਠਦੀਆਂ, ਤੁਸੀਂ ਜਲ ਪਾਣੀ ਬਣਾਉਣਾ ਹੁੰਦਾ ਰਸੋਈ ਨੂੰ, ਕਈ ਵਾਰ ਟਾਈਮ ਨਹੀਂ ਤੁਹਾਨੂੰ, ਤੇ ਜਦੋਂ ਮੰਜੇ ਤੋਂ ਉੱਠ ਬਹਿੰਦੀਆਂ ਨਾ, ਉਦੋਂ ਹੀ ਸ਼ੁਰੂ ਕਰ ਦਿਆ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ਼ਨਾਨ ਕਰਦੀਆਂ ਹੋ, ਬੌਕਰ ਲਾਉਣੀਆਂ ਹੋ, ਰਸੋਈ 'ਚ ਕੰਮ ਕਰਦੀਆਂ ਹੋ, ਜਦੋਂ ਜਪੋਗੀਆਂ ਨਾ, ਤੁਹਾਡੇ ਹੱਥਾਂ ਵਿੱਚ ਦੀ ਭੋਜਨ ਲੰਘਣਾ, ਤੁਹਾਡੇ ਹੱਥਾਂ ਵਿੱਚ ਜੀ ਤੁਸੀਂ ਚਾਹ ਜਲ ਪਾਣੀ ਤਿਆਰ ਕਰਕੇ ਦੇਣਾ ਬੱਚਿਆਂ ਨੂੰ। ਔਰ ਜਿੱਥੇ ਉਹ ਦਿਓਗੀਆਂ ਨਾ ਭੋਜਨ, ਉੱਥੇ ਨਾਲ ਭਜਨ ਵੀ ਜਾਏਗਾ। ਤੁਹਾਡੇ ਹੱਥਾਂ ਵਿੱਚ ਬਰਕਤ ਆਏਗੀ, ਤੁਹਾਡੇ ਨੇਤਰਾਂ ਵਿੱਚ ਬਰਕਤ ਆਏਗੀ ਵਾਹਿਗੁਰੂ ਦੀ। ਬੱਚੇ ਨੂੰ ਜਦੋਂ ਜਾ ਕੇ ਉਹਦੇ ਤੇ ਨਜ਼ਰ ਪਾਓਗੀਆਂ ਨਾ, ਉਹ ਵਾਹਿਗੁਰੂ ਦੀ ਨਜ਼ਰ ਆਪਣੇ ਆਪ ਪੈ ਜਾਵੇਗੀ। ਆਪਾਂ ਕਹਿੰਦੇ ਨਾ, ਕੋਈ ਭਲਾ ਪੁਰਸ਼ ਹੈ, ਬਾਬਾ ਜੀ ਇਹਨੂੰ ਆਸ਼ੀਰਵਾਦ ਦੇ ਦਿਓ, ਇਹਦੇ ਹੱਥ ਰੱਖ ਦਿਓ, ਕਿ ਬਾਬੇ ਦੇ ਆਸ਼ੀਰਵਾਦ ਕਿਤੇ ਹੈਗਾ? ਨਹੀਂ, ਉਹ ਜਪਣ ਵਾਲਾ ਹੈ, ਉਹਦੇ ਬਰਕਤ ਹੱਥਾਂ 'ਚ ਆ ਜਾਂਦੀ। ਤੁਸੀਂ ਸਾਰੇ ਜਪੋ, ਤੁਹਾਡੇ ਬਰਕਤ ਆਵੇਗੀ ਜ਼ਰੂਰ। 5-5 ਮਿੰਟ ਨਾ ਤੜਕੇ ਜਪ ਕੇ ਆਇਆ ਕਰੋ। ਜਿਵੇਂ ਜਿਵੇਂ ਜਪੋਗੇ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਨਾ ਹੀ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਹੈ। ਤੁਹਾਡਾ ਭਲਾ ਤੁਹਾਨੂੰ ਆਪਣੇ ਆਪ ਹੀ ਗੁਰੂ ਕਿਰਪਾ ਕਰੇਗਾ, ਪਤਾ ਲੱਗਦਾ ਜਾਏਗਾ। ਜ਼ਰੂਰ ਤੁਰੀਏ, ਬੇਅੰਤ ਭੁੱਲਾਂ ਦੀ ਖਿਮਾ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਔਰ ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਦਾ ਦਾਨ ਬਖਸ਼ਣ, ਸਾਡਾ ਆਇਆ ਸਫਲਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਰਦਾਸ ਅੰਦਰ ਸ਼ਾਮਲ ਹੋਈਏ। ਸਾਡੀ ਸਾਰਿਆਂ ਦੀ ਗੁਰੂ ਚਰਨਾਂ ਨਾਲ ਬਣ ਆਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ